गुड मॉर्निंग पंजाबियों लेके हाज़र हाँ पंजाब ਅਤੇ देश विदेश ਦੀਆਂ ਵੱਡੀਆਂ ਖਬਰਾਂ। ਘਾਟੇ ਵਿੱਚ ਚੱਲ ਰਹੀ ਪੰਜਾਬ ਸਰਕਾਰ ਦਾ ਚੌਥਾ ਬਜਟ ਅੱਜ ਪੇਸ਼ ਕੀਤਾ ਗਿਆ। ਇਹ ਬਜਟ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਵੱਲੋਂ ਪੇਸ਼ ਕੀਤਾ ਗਿਆ। ਮਨਪ੍ਰੀਤ ਬਾਦਲ ਦੇ ਪਿਟਾਰੇ ਦੇ ਵਿੱਚੋਂ ਕੀ ਨਿਕਲਿਆ, ਆਓ ਦੇਖਦੇ ਹਾਂ। पंजाब के वित्त मंत्री मनप्रीत बादल ने अपना पिटारा खोलिया। पंजाब के वित्त मंत्री मनप्रीत सिंह बादल ने पंजाब विधान सभा के विच कैप्टन अमरिंदर सिंह की अगवाई विच कांग्रेस सरकार का चौथा बजट पेश किया। साल 2020-21 का यह 1,54,850 करोड़ का समूचा बजट पेश किया गया। इस दौरान उन्होंने वड्डा ऐलान करदे रिटायरमेंट की उम्र 60 साल तो घटा के 58 साल कर दी है। इस नाल ही मनप्रीत ने ऐलान किया कि नवीं भर्ती भी जल्दी शुरू की जाएगी। ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੈ ਜਿਨ੍ਹਾਂ ਦਾ ਰਿਟਾਇਰਮੈਂਟ ਏਜ 60 ਸਾਲ ਹੈ, ਸਪੀਕਰ ਸਾਹਿਬ ਸਰਕਾਰ ਨੇ ਫੈਸਲਾ ਕੀਤਾ ਕਿ ਇਹਨਾਂ ਦਾ ਜਿਹੜਾ ਸੇਵਾ ਮੁਕਤ ਦਾ ਜਿਹੜੀ ਸਮੇਂ ਹੈ ਉਹ 60 ਤੋਂ ਘਟਾ ਕੇ 58 ਤੇ ਇੱਕ ਵਾਰੀ ਫੇਰ ਲੈ ਗਿਆ। ਔਰ ਇਹਦੇ ਨਾਲ ਫਾਇਦਾ ਇਹ ਹੋਏਗਾ ਸਪੀਕਰ ਸਾਹਿਬ ਕਿ ਜਿਹੜਾ ਬੰਦਾ 59-60 ਸਾਲ ਦੀ ਉਮਰ ਦਾ ਹੈ ਉਹ ਹਾਈਐਸਟ ਸਕੇਲ ਤੇ ਬੈਠਾ ਹੈ। ਔਰ ਇਹਦੇ ਨਾਲ ਪੰਜਾਬ ਦੇ ਵਿੱਚ ਨਵੀਂ ਭਰਤੀ ਜਿਹੜੀ ਹੈ ਉਹ ਫੌਰਨ ਸ਼ੁਰੂ ਕਰਾਂਗੇ। ਔਰ ਕਈ ਪੰਜਾਬ ਸਰਕਾਰ ਦੇ ਨਵੇਂ ਬਜਟ ਦੇ ਵਿੱਚ ਸਮਾਰਟਫੋਨ ਦੇ ਲਈ ਬਜਟ ਘਟ ਗਿਆ। ਪਿਛਲੇ ਬਜਟ ਦੇ ਵਿੱਚ ਸਮਾਰਟਫੋਨ ਦੇ ਲਈ 200 ਕਰੋੜ ਰੁਪਏ ਰੱਖੇ ਗਏ ਸਨ, ਪਰ ਇਸ ਵਾਰ 100 ਕਰੋੜ ਰੁਪਏ ਰੱਖਿਆ ਗਿਆ। ਮੋਬਾਈਲ ਫੋਨ ਵਾਸਤੇ 100 ਕਰੋੜ ਰੁਪਏ ਰੱਖਿਆ ਗਿਆ। ਹਾਲਾਂਕਿ ਉਸ ਦਿਨ ਲੋਕਾਂ ਨੇ ਇਹ ਗੱਲ ਹਾਸੇ 'ਚ ਪਾ ਲਈ ਕਿ ਉਹ ਚਾਈਨਾ ਦੇ ਲਾਕਡਾਊਨ ਦੀ ਵਜ੍ਹਾ ਨਾਲ ਨਹੀਂ ਆ ਰਹੇ, ਪਰ ਮੈਂ ਕਸਮਨ ਕਹਿੰਦਾ ਕਿ ਆਰਡਰ ਪਲੇਸ ਹੋ ਚੁੱਕਿਆ ਸੀ ਤੇ ਉਹ ਚਾਈਨਾ ਤੋਂ ਵਾਕਿਆ ਹੀ ਉਹ ਹਾਲਾਂਕਿ ਪੈਸੇ ਵੀ ਤਿਆਰ ਹੈ, ਆਰਡਰ ਵੀ ਹੈ, ਪਰ ਉਹ ਕੰਪਨੀ ਭੇਜਣ ਤੋਂ ਸਮਰਥ ਹੈ ਕਿਉਂਕਿ ਉੱਥੇ ਲਾਕਡਾਊਨ ਆ ਗਿਆ। ਵਿਰੋਧੀਆਂ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਝੂਠ ਦਾ ਪਲੰਦਾ ਕਰਾਰ ਦਿੱਤਾ ਹੈ। ਉਹ ਸਿਰਫ ਫਾਈਨੈਂਸ ਮਿਨਿਸਟਰ ਨੂੰ ਮਿਲਣਾ ਚਾਹੁੰਦੇ ਔਰ ਇਹ ਅਰਜ਼ ਕਰਨਾ ਚਾਹੁੰਦੇ ਸਨ ਕਿ ਤੁਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ 10 ਲੱਖ ਰੁਪਇਆ ਦੇਵਾਂਗੇ ਨੌਕਰੀ ਦਿਆਂਗੇ। ਕਾਈਂਡਲੀ ਆ ਤੁਸੀਂ ਬਜਟ ਪੇਸ਼ ਕਰਨਾ ਹੈ, ਇਹਦੇ ਤੁਸੀਂ ਦਰਜ ਕਰਨਾ। ਗੌਰਮੈਂਟ ਉਹ ਮਿਨਿਸਟਰ ਹੋਵੇ, ਚੀਫ ਮਿਨਿਸਟਰ ਹੋਵੇ, ਪ੍ਰਾਈਮ ਮਿਨਿਸਟਰ ਹੋਵੇ, ਜੇ ਪਬਲਿਕ ਕਿਹੜਾ ਮਿਲਣਾ ਚਾਹੁੰਦੀ ਹੈ ਤਾਂ ਮਿਲਣਾ ਚਾਹੀਦਾ। ਲੇਕਿਨ ਮਿਲਣੇ ਤੋਂ ਇਲਾਵਾ ਮਿਲਣਾ ਤਾਂ ਕੀ ਸੀ, ਡਾਂਗਾ ਮਾਰ ਕੇ ਉਹਨਾਂ ਨਾਲ ਤਸ਼ੱਦਦ ਕੀਤਾ ਜਿਹੜਾ ਕਿ ਮੇਰੇ ਖਿਆਲ ਮਿਸਾਲ ਹੀ। ਇਸ ਦਾ ਮੈਨੂੰ ਬੜਾ ਦੁੱਖ ਹੈ। ਜਾਂ ਤਾਂ ਇਹ ਦੱਸੋ ਵੀ ਇਹ ਕੋਈ ਮੰਗ ਜਿਹੜੀ ਹੈ ਕਿ ਇਹਨਾਂ ਦੀ ਕਮਿਟਮੈਂਟ ਨਹੀਂ ਸੀ। ਕਮਿਟਮੈਂਟ ਵੀ ਸੀ ਤੇ ਗੱਲ ਵੀ ਜਾਇਜ਼ ਹੈ ਕਿ ਕਰਨ ਦੇ ਨਾਲ ਜਿਹੜੇ ਕੋਈ ਖੁਦਕਸ਼ੀ ਉਹ ਬੰਦਾ ਕਰਦਾ ਹੈ ਜਿਹਨੂੰ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੁੰਦਾ, ਕੋਈ ਉਹਨੂੰ ਆਪਣੀ ਜ਼ਿੰਦਗੀ 'ਚ ਫਿਊਚਰ ਨਹੀਂ ਦਿਸਦਾ। ਇਸ ਕਰਕੇ ਉਹ ਖੁਦਕਸ਼ੀ ਕਰਦਾ ਹੈ। ਜੇ ਖੁਦਕਸ਼ੀ ਕਰੀ ਹੈ ਤਾਂ ਉਹਦਾ ਕਰਜ਼ਾ ਵੀ ਮਾਫ ਕਰਨਾ ਚਾਹੀਦਾ ਹੈ ਔਰ ਉਹਦਾ ਨਾਲ ਨੌਕਰੀ ਵੀ ਦੇਣੀ ਚਾਹੀਦੀ ਹੈ। 10 ਲੱਖ ਮਾਫ ਤੇ ਕਿਹੜੀ ਵੱਡੀ ਗੱਲ। 10 ਲੱਖ ਕੀ ਹੁੰਦਾ ਹੈ ਵੀ ਆਪਾਂ ਕਰੋੜਾਂ ਰੁਪਏ ਔਰ ਬਜਟ 'ਚ ਐਵੇਂ ਲਿਖਦੇ ਇੰਨੇ ਹਜ਼ਾਰ ਕਰੋੜ ਇੱਧਰ ਇਹਦਾ 100 ਕਰੋੜ ਵੀ ਨਹੀਂ, 50 ਕਰੋੜ ਵੀ ਨਹੀਂ ਬਣਦਾ ਜੇ ਇਹਨਾਂ ਵਿਚਾਰੇ ਦੁਖੀ ਪਰਿਵਾਰਾਂ ਦੀ ਜ਼ਖਮਾਂ ਤੇ ਮਲਮ ਲਾ ਦੇ। ਬਜਟ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਅਕਾਲੀ ਦਲ ਦੇ ਨਾਲ ਪਹੁੰਚੇ, ਜਿਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪੁਲਿਸ ਨੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਅਤੇ ਵਿਕਰਮ ਮਜੀਠੇ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪੁਲਿਸ ਅਤੇ ਅਕਾਲੀ ਸਮਰਥਕਾਂ ਦੇ ਵਿਚਕਾਰ ਝੜਪ ਵੀ ਹੋਈ। ਬੁਲੇਟਿਨ ਦੇ ਵਿੱਚ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦਿੱਲੀ ਦੇ ਵਿੱਚ ਹਿੰਸਾ ਦੀ ਅੱਗ ਕੁਝ ਠੰਡੀ ਹੋਈ ਹੈ, ਪਰ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਗਿਣਤੀ 40 ਤੋਂ ਪਾਰ ਪਹੁੰਚ ਗਈ ਹੈ। ਉਧਰ ਦਿੱਲੀ ਨੂੰ ਨਵਾਂ ਪੁਲਿਸ ਕਮਿਸ਼ਨਰ ਮਿਲਿਆ। ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੀ ਭਖੀ ਅੱਗ ਵਿਚਾਲੇ ਇੱਕ ਨਵਾਂ ਮੋੜ ਆਇਆ। IPS ਅਧਿਕਾਰੀ SN ਸ਼੍ਰੀਵਾਸਤਵ ਨੂੰ ਦਿੱਲੀ ਪੁਲਿਸ ਕਮਿਸ਼ਨਰ ਦਾ ਅਹੁਦਾ ਦੇ ਦਿੱਤਾ ਗਿਆ। ਮੌਜੂਦਾ ਪੁਲਿਸ ਕਮਿਸ਼ਨਰ ਮੁਲੀਆ ਪਟਨਾਇਕ ਸ਼ਨੀਵਾਰ ਨੂੰ ਰਿਟਾਇਰਡ ਹੋਣ ਵਾਲੇ ਨੇ, ਜਿਸ ਨੂੰ ਦੇਖਦੇ ਹੋਏ ਇਹ ਤਬਾਦਲਾ ਕੀਤਾ ਗਿਆ। SN श्रीवास्तव एतवार ਨੂੰ ਕਾਰਜਭਾਰ ਸੰਭਾਲਣਗੇ। देखिए, मैं आगे के बारे में मैं बोलूँगा, मैं पॉजिटिव रूप से सोचता हूँ। तो मेरा यही काम होगा कि मेरा परम उद्देश्य जो होगा कि लोगों में एक सिक्योरिटी की फीलिंग हो और ये भी लोग समझें
कि पुलिस उनके मदद के लिए है, तो हमारी एटीट्यूड जितनी हो सकेगी हेल्पफुल एटीट्यूड रहेगी। पिछले 60 घंटों से किसी प्रकार की अप्रिय घटना नहीं हुई है। यद्यपि हमने आज जुम्मे के नमाज के लिए सभी प्रकार के इंतज़ाम किया हुआ है, लेकिन पिछले दिनों में जो हम एक्सटेंसिव आउटरीच प्रोग्राम किया था, शांति मार्च किया था, लोगों से जो इंटरेक्शन किया था, जो हमारे अफसरों ने बढ़ चढ़ करके आगे जा कर के लोगों से बातचीत की, उससे हमें यही मिला जो हम समझ पाते हैं कि सभी अमन चैन चाहते हैं और उन्होंने जो पुलिस ने अच्छे काम किए हैं उनको उसका सराहना भी किया और वे चाहते हैं कि जल्द से जल्द अमन चैन बहाल हो जाए। अभी भी वैसे सब शांति है। ਅਮੁੱਲਿਆ ਪਟਨਾਇਕ ਦੀ ਵਿਦਾਈ ਉਸ ਸਮੇਂ ਹੋਵੇਗੀ ਜਦੋਂ ਰਾਜਧਾਨੀ ਦਿੱਲੀ ਦੇ ਇੱਕ ਹਿੱਸੇ ਦੇ ਵਿੱਚ ਹਿੰਸਾ, ਅਗਜ਼ਨੀ ਅਤੇ ਪੱਥਰਬਾਜ਼ੀ ਨੇ ਦੇਸ਼ ਦੀ ਸਿਆਸਤ ਤੱਕ ਹਿਲਾ ਕੇ ਰੱਖ ਦਿੱਤੀ ਸੀ। ਹਿੰਸਾ ਦੀ ਇਸ ਅੱਗ ਦੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੱਗ ਹਾਲੇ ਤੱਕ ਬੁਝੀ ਨਹੀਂ ਹੈ ਕਿ ਅਮੋਲ ਪਟਨਾਇਕ ਰਿਟਾਇਰਡ ਹੋਣ ਵਾਲੇ ਨੇ। ਪਿਛਲੇ 6 ਮਹੀਨੇ ਤੋਂ ਉਹਨਾਂ ਦਾ ਕਾਰਜਕਾਲ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਰਿਹਾ। ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਕਿਉਂਕਿ ਅਜਿਹੇ ਕਈ ਮੌਕੇ ਆਏ ਜਦੋਂ ਉਹਨਾਂ ਫਰੰਟ ਉੱਤੇ ਆ ਕੇ ਰੋਲ ਅਦਾ ਨਹੀਂ ਕੀਤਾ। ਦਿੱਲੀ ਹਿੰਸਾ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਝਾੜ ਵੀ ਪਈ ਕਿ ਜਦੋਂ ਹਿੰਸਾ ਹੋ ਰਹੀ ਸੀ ਤਾਂ ਪੁਲਿਸ ਵੱਲੋਂ ਕਿਉਂ ਨਹੀਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ गई। हम जुमे की नमाज को ध्यान में रखते हुए हमारी कल यहाँ डिस्ट्रिक्ट के लेवल पे भी जो है बात हुई है, जो डिस्ट्रिक्ट के यहाँ के ऑफिशियल्स हैं। हमने इस इलाके की जो है एक हमारे अमन कमेटी है, उस अमन कमेटी के साथ हमने डिस्कस किया और उन लोगों के जो भी एप्रीहेंशंस थे उनको हम लोगों ने एड्रेस किया है और वी हैव मेड elaborate arrangement keeping in view all the presence of mosque and the presence of the lot of devotees who will be going to operate But do you think that the police presence is still required in the area? No, police presence of course as a part of a preventive mechanism so that we are able to avert any kind of an incident. That is there, that we have already done, and these are all signs of that kind of a process only where we are moving and instilling sense of confidence among all communities. ਦਿੱਲੀ ਦੇ ਵਿੱਚ ਹੋਈ ਹਿੰਸਾ ਤੋਂ ਬਾਅਦ ਰਫ਼ਤਾਰ ਹੌਲੀ-ਹੌਲੀ ਲੀਹ ਤੇ ਆ ਰਹੀ ਹੈ। ਪੁਲਿਸ ਦੀ ਮੁਸਤੈਦੀ ਦੇ ਵਿੱਚ ਦੁਕਾਨਾਂ ਵੀ ਖੁੱਲ੍ਹ ਰਹੀਆਂ ਨੇ, ਲੋਕਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਗਿਆ। ਪਰ ਇਹ ਹਿੰਸਾ ਦਾ ਦਰਦ ਦਿੱਲੀ ਦੇ ਕੋਨੇ ਵਿੱਚੋਂ नहीं ਕੱਢਿਆ ਜਾ ਸਕਦਾ। 3-4 दिन से तो शांति है। 24 तारीख को हुआ दोपहर के बाद में फिर पथराव हुआ है, पुलिस आई है, पुलिस से पथराव हुआ है, आगजनी हुई है। और 2 दिन से जो शांत है, बहुत काफ़ी नुकसान हुआ है, हज़ारों गाड़ियाँ जल गई हैं, मकान जला दिए, दुकान जला दिए, पर अब शांत है कल से। हाँ, दंगा ये असामाजिक तत्व हैं, ये इन्होंने भड़काया कि जो है ये दंगे करें। समझदार लोगों को तो मतलब ही नहीं होता, ये अनपढ़ गवार लोग हैं जिन्होंने ये दंगे मचवाए। चोट खाई या कितनी का मर्डर हुआ या क्या, ऐसा अभी डाटा वाइज में कोई ऐसी महिला नहीं है जिसका मौत हुई हो, लेकिन 3 इंजर्ड हैं, उनसे मिलेंगे हम लोग। आज रिक्वेस्ट की है उन्होंने कि क्योंकि जुम्मा है आज और थोड़ा सेंसिटिव है, तो आज हम कुछ ही जगहों पे जाएंगे, 1-2 जगह पर। कल हम फिर से वापस आएंगे जो डिटेल्ड में लोगों से बात हो सकेगी। देयर वर मैनी कॉल्स बट मोस्ट ऑफ देम वर बिकॉज ऑफ एप्रीहेंशंस दैट पीपल मे कम एंड अटैक अस। Very few calls were that where they were reporting some incident, and most of the calls were apprehensive calls. ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਹੈ। ਬਿਪਿਨ ਰਾਵਤ ਨੇ ਕਿਹਾ ਬਾਲਾਕੋਟ ਸਟ੍ਰਾਈਕ ਦਾ ਸੰਦੇਸ਼ ਸਾਫ਼ ਸੀ ਕਿ ਅਸੀਂ ਪ੍ਰੌਕਸੀ ਵਾਰ ਬਰਦਾਸ਼ਤ ਨਹੀਂ ਕਰਾਂਗੇ। We have to be prepared. If our defense services have to be prepared to execute the role and tasks that have been assigned to us through the Raksha Mantri's operational directive, then it is important that we maintain credible deterrence at all times. Credible deterrence on land, in the air and at sea. The capability of the 3 services must run concurrently so that together we become a force to reckon with.
talking about credible deterrence, it comes from keeping every soldier, sailor and airman motivated and trained for the tasks that lie ahead, that can deliver the right kind of message to the adversary when the time comes. It is also to ensure that we keep pace with the changing technology and we keep upgrading our systems from time to time, sometimes inducting modern weapon systems and other times upgrading the existing ones. But I think more importantly, credible deterrence comes in addition from the will of the military leadership to deliver when the time comes, and from the intent of the political leadership to take the right decision at the right time. And I think this has been amply displayed post-Kargil, post-Uri, and subsequently post-Pulwama, when the UDA cycle was completed and the forces were given the task to act. It was for the first time in the sub-conventional domain that the air power was unleashed on the adversary, and with a good degree of success. I think the message went right and clear that this kind of proxy war that is being perpetrated on our people will not be tolerated. ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਾਲਾਕੋਟ ਹਵਾਈ ਹਮਲਿਆਂ ਦੇ ਵਿੱਚ ਭਾਰਤ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ। ਰਾਜਨਾਥ ਸਿੰਘ ਨੇ ਕਿਹਾ ਭਾਰਤ ਖਿਲਾਫ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਬਖਸ਼ੇ ਨਹੀਂ ਜਾਣਗੇ। ਰਾਜਨਾਥ ਸਿੰਘ ਨੇ ਬਾਲਾकोट एयर स्ट्राइक ਨੂੰ ਉਦਾਹਰਨ ਵਜੋਂ ਦੱਸਿਆ। और पिछले 50 सालों में और खासकर पिछले सालों में सिक्योरिटी सिनेरियो पूरी तरह से ट्रांसफॉर्म हो चुका है। कारगिल और क्रॉस बॉर्डर टेररिज्म की घटनाएं इस तरह के नए वारफेयर की मिसाल हैं। हाइब्रिड वारफेयर आज की रियलिटी है और अब काइनेटिक और नॉन काइनेटिक टूल्स मिक्स्ड होकर रियल थ्रेट के रूप में हमारे सामने हैं। और इस बदलते हुए कॉन्फ्लिक्ट सिनेरियो में न तो कहीं क्लियर कट बिगिनिंग है और न ही कहीं क्लियर एंडिंग। मैं इनमें से 3 ऐसे विंडो के बारे में जरूर कहना चाहूंगा जो कि अहम है। सबसे पहले बैटल स्पेस की एक्सपेंडिंग का पॉइंट है। पहले के वर्षों में युद्ध हमेशा सीमा के आर पार हुआ करता था और इसका एक निश्चित ज्योग्राफिकल दायरा भी हुआ करता था, पर लॉन्ग रेंज वेपन के इंडक्शन के साथ ही यह बदलता चला गया। युद्ध क्षेत्र का और अधिक विस्तार हुआ है, पर अब तो कम्युनिकेशन की बदलती धारा के चलते दुश्मनों की सीमाई बाधाओं को पार करते हुए देश के किसी भी कोने में पहुंचना अब संभव हो गया है। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦਿੱਲੀ ਹਿੰਸਾ ਨੂੰ ਲੈ ਕੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਲੋਕਾਂ ਦੇ ਵਿਚਕਾਰ ਭੜਕਾਊ ਭਾਸ਼ਣ ਦਿੱਤਾ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਲੋਕਤੰਤਰਿਕ ਤਰੀਕੇ ਦੇ ਨਾਲ ਪੂਰੀ ਬਹਿਸ ਤੋਂ ਬਾਅਦ ਲਿਆਂਦਾ ਗਿਆ ਸੀ। ਉਸ ਸਮੇਂ ਵੀ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਸੀ। ਕਾਨੂੰਨ ਮੰਤਰੀ ਨੇ ਦਾਅਵਾ ਕੀਤਾ ਕਿ ਦਿੱਲੀ ਹਿੰਸਾ ਦੇ ਮਾਮਲੇ ਦੇ ਵਿੱਚ ਪੁਲਿਸ ਐਕਸ਼ਨ ਲਵੇਗੀ। ਬੁਲੇਟਿਨ ਦੇ ਵਿੱਚ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।